ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ। ਧੰਨ ਧੰਨ ਗੁਰੂ ਨਾਨਕ ਪਾਤਸ਼ਾਹ, ਧੰਨ ਧੰਨ ਗੁਰੂ ਅਰਜਨ ਦੇਵ ਜੀ, ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਗੁਰੂ ਅਰਜਨ ਦੇਵ ਪਾਤਸ਼ਾਹ ਸ਼ਾਂਤੀ ਦੇ ਪੁੰਜ, ਸ਼ਹੀਦਾਂ ਦੇ ਸਰਤਾਜ, ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੀ ਇਮਾਰਤ ਦਾ ਕੰਮ ਕਰਵਾ ਰਹੇ ਨੇ। ਉਸ ਵਕਤ ਕਾਂਸ਼ੀ ਤੋਂ ਚੱਲ ਕੇ ਭੱਟ ਸਾਹਿਬਾਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ, ਜਿਨ੍ਹਾਂ ਦੀ ਭੱਟਾਂ ਦੀ ਗਿਣਤੀ 17 ਸੀ। ਮਹਾਨ ਵਿਦਵਾਨ, ਮਗਰ ਮਨ ਨੂੰ ਸ਼ਾਂਤੀ ਨਹੀਂ ਸੀ ਆਉਂਦੀ। ਜਿਵੇਂ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਪਹਿਲਾਂ ਵੀ ਭੱਟਾਂ ਦੀ ਬਾਣੀ ਦੀ ਇੱਕ ਵੀਡੀਓ ਬਣਾਈ ਸੀ, ਉਸ ਦੇ ਵਿੱਚ ਵੀ ਜ਼ਿਕਰ ਕੀਤਾ ਸੀ ਭੱਟਾਂ ਦਾ ਕਿ ਭੱਟ ਕਾਂਸ਼ੀ ਨਗਰੀ ਤੋਂ ਚੱਲਦੇ ਚੱਲਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ। ਮਨ ਨੂੰ ਸ਼ਾਂਤੀ ਨਹੀਂ ਸੀ ਆਉਂਦੀ, ਬੇਚੈਨ ਸੀ, ਗਿਆਨ ਬੜਾ ਸੀ, ਵਿਦਿਆ ਬਹੁਤ ਸੀ, ਮਗਰ ਮਨ ਨੂੰ ਸ਼ਾਂਤੀ ਨਹੀਂ ਸੀ। ਉਸ ਸ਼ਾਂਤੀ ਨੂੰ ਲੱਭਦੇ ਲੱਭਦੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਸ਼ਰਨ ਵਿੱਚ ਆਏ। ਸਾਹਿਬਾਂ ਦੇ ਆ ਕੇ ਜਿਸ ਵੇਲੇ ਭੱਟਾਂ ਨੇ ਦਰਸ਼ਨ ਕੀਤੇ ਤਾਂ ਬੜਾ ਵੱਡਾ ਆਨੰਦ ਪ੍ਰਾਪਤ ਹੋਇਆ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਆਗਿਆ ਨਾਲ ਸਿਫਤ ਕਰਨੀ ਸ਼ੁਰੂ ਕੀਤੀ, ਜਿਵੇਂ ਦਾਸ ਨੇ ਪਹਿਲੀ ਵੀਡੀਓ ਭੱਟਾਂ ਦੀ ਬਾਣੀ ਦੇ ਵਿੱਚ ਵੀ ਵਿਚਾਰ ਤੁਹਾਡੇ ਨਾਲ ਸਾਂਝੇ ਕੀਤੇ। ਗੁਰੂ ਪਿਆਰਿਓ, ਕਿ ਭੱਟ ਸਾਹਿਬਾਨ ਜਿਸ ਵੇਲੇ ਮਨ ਦੀ ਸ਼ਾਂਤੀ ਨੂੰ ਲੱਭਦੇ ਲੱਭਦੇ ਗੁਰੂ ਅਰਜਨ ਦੇਵ ਪਾਤਸ਼ਾਹ ਕੋਲ ਆਏ ਤਾਂ ਬਾਬਾ ਜੀ ਨੇ ਬਚਨ ਕੀਤਾ ਕਿ ਸਾਡੇ ਵੱਡਿਆਂ ਦੀ ਤੁਸੀਂ ਉਸਤਤ ਕਰੋ। ਉਸ ਉਸਤਤ ਕਰਨੇ ਦੀ ਜਾਚ ਦੱਸੀ, ਸਿਖਾਈ। ਉਸੇ ਜਾਚ ਤੇ ਚੱਲਦਿਆਂ ਚੱਲਦਿਆਂ ਭੱਟ ਸਾਹਿਬਾਨ ਪੰਜਾਂ ਗੁਰੂ ਸਾਹਿਬਾਂ ਦੀ ਸਿਫਤ ਕਰ ਰਹੇ ਨੇ। ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਤੱਕ ਸਿਫਤ ਕੀਤੀ। ਬੜੀ ਇੱਕ ਵਿਚਿੱਤਰ ਘਟਨਾ ਹੋਈ ਉਸ ਵਕਤ। ਗੁਰੂ ਮਹਾਰਾਜ ਜੀ ਨੇ, ਗੁਰੂ ਅਰਜਨ ਦੇਵ ਪਾਤਸ਼ਾਹ ਨੇ ਭੱਟਾਂ ਤੇ ਬੇਅੰਤ ਕਿਰਪਾ ਕੀਤੀ, ਜਿਸ ਕਿਰਪਾ ਦਾ ਸਦਕਾ ਭੱਟ ਸਾਹਿਬਾਨ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਉਸਤਤ ਕਰ ਰਹੇ ਨੇ ਤਾਂ ਉਸ ਵਕਤ ਉਹਨਾਂ ਨੂੰ ਗੁਰੂ ਅਰਜਨ ਦੇਵ ਪਾਤਸ਼ਾਹ ਨਜ਼ਰ ਨਹੀਂ ਆਉਂਦੇ। ਗੁਰੂ ਅੰਗਦ ਦੇਵ ਜੀ ਦੀ ਉਸਤਤ ਕਰ ਰਹੇ ਨੇ ਸਵਈਆਂ ਦੇ ਵਿੱਚ, ਬਾਣੀ ਦੇ ਵਿੱਚ। ਉਸ ਵਕਤ ਗੁਰੂ ਅਰਜਨ ਦੇਵ ਪਾਤਸ਼ਾਹ ਫਿਰ ਨਹੀਂ ਉਹਨਾਂ ਨੂੰ ਨਜ਼ਰ ਆਉਂਦੇ। ਗੁਰੂ ਅਮਰਦਾਸ ਜੀ ਦੀ ਉਸਤਤ ਕੀਤੀ, ਨਜ਼ਰ ਨਹੀਂ ਆਉਂਦੇ। ਗੁਰੂ ਰਾਮਦਾਸ ਜੀ ਦੀ ਉਸਤਤ ਕੀਤੀ, ਫਿਰ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਨਜ਼ਰ ਨਹੀਂ ਆਉਂਦੇ। ਗੁਰੂ ਪਿਆਰਿਓ, ਫਿਰ ਕੀ ਨਜ਼ਰ ਆਉਂਦਾ? ਇੰਨੇ ਕੁ ਦਿਆਲ ਹੋਏ ਗੁਰੂ ਅਰਜਨ ਦੇਵ ਪਾਤਸ਼ਾਹ ਦਇਆ ਦੇ ਘਰ ਆਏ ਕਿ ਜਿਸ ਵੇਲੇ ਭੱਟਾਂ ਨੇ ਗੁਰੂ ਸਾਹਿਬਾਂ ਦੀ ਉਸਤਤ ਕਰਨ ਵਾਸਤੇ ਸਵਈਏ ਉਚਾਰੇ ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਨੂੰ ਸਾਹਮਣੇ ਦੇਖ ਕੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਕਰ ਰਹੇ ਨੇ
ਤਾਂ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਜਗ੍ਹਾ ਉਹਨਾਂ ਦੀ ਸਰੂਪ ਦੇ ਵਿੱਚ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੁੰਦੇ ਆ। ਧੰਨ ਨੇ ਗੁਰੂ ਨਾਨਕ ਪਾਤਸ਼ਾਹ। ਜਿਸ ਵੇਲੇ ਗੁਰੂ ਅੰਗਦ ਦੇਵ ਜੀ ਦੀ ਉਸਤਤ ਕਰ ਰਹੇ ਨੇ ਸਬਈਆਂ ਦੇ ਵਿੱਚ, ਤਾਂ ਉਹਨਾਂ ਨੂੰ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਹੋਏ। ਇਸੇ ਤਰ੍ਹਾਂ ਗੁਰੂ ਅਮਰਦਾਸ ਜੀ ਦੀ ਉਸਤਤ ਕਰ ਰਹੇ ਨੇ, ਤਾਂ ਗੁਰੂ ਅਮਰਦਾਸ ਜੀ ਦੇ ਦਰਸ਼ਨ ਹੁੰਦੇ ਆ। ਧੰਨ ਧੰਨ ਗੁਰੂ ਰਾਮਦਾਸ ਜੀ ਦੀ ਉਸਤਤ ਕਰ ਰਹੇ ਨੇ, ਤਾਂ ਗੁਰੂ ਰਾਮਦਾਸ ਜੀ ਦੇ ਦਰਸ਼ਨ ਹੁੰਦੇ ਆ। ਗੁਰੂ ਅਰਜਨ ਦੇ ਰੂਪ ਦੇ ਵਿੱਚੋਂ ਹੀ ਪਹਿਲੇ 4 ਗੁਰੂਆਂ ਦੇ ਦਰਸ਼ਨ ਗੁਰੂ ਅਰਜਨ ਦੇਵ ਨੇ ਕਿਰਪਾ ਕਰਕੇ ਭੱਟਾਂ ਨੂੰ ਕਰਾ ਦਿੱਤੇ। ਜਿਸ ਵਕਤ ਗੁਰੂ ਰਾਮਦਾਸ ਜੀ ਦੀ ਉਸਤਤ ਕਰਨ ਲੱਗੇ ਭੱਟ, ਤਾਂ ਉਸ ਵਕਤ ਗੁਰੂ ਅਰਜਨ ਦਾ ਰੂਪ ਬਦਲ ਕੇ ਗੁਰੂ ਰਾਮਦਾਸ ਨਜ਼ਰ ਆ ਰਿਹਾ ਭੱਟਾਂ ਨੂੰ। ਭੱਟ ਕੀ ਕਹਿ ਰਹੇ ਨੇ? ਸਮਰੱਥ ਗੁਰੂ ਸਿਰ ਹੱਥ ਧਰੋ। ਐ ਗੁਰੂ ਰਾਮਦਾਸ, ਐ ਦਇਆ ਦੇ ਸਾਗਰ, ਹੇ ਮੇਰਾਂ ਦੇ ਸਾਈਂ, ਤੇਰੇ ਤੇ ਬੜੀ ਕਿਰਪਾ ਕੀਤੀ ਆ ਗੁਰੂ ਅਮਰਦਾਸ ਜੀ ਨੇ। ਸਮਰੱਥ ਗੁਰੂ, ਸਰਬ ਸ਼ਕਤੀਮਾਨ, ਉਸ ਸਮਰੱਥ ਗੁਰੂ ਨੇ ਐ ਗੁਰੂ ਰਾਮਦਾਸ ਤੇਰੇ ਸਿਰ ਤੇ ਹੱਥ ਰੱਖ ਕੇ ਬੇਅੰਤ ਬਰਕਤਾਂ ਬਖਸ਼ ਦਿੱਤੀਆਂ। ਗੁਰੂ ਅਮਰਦਾਸ ਜੀ ਦਾ ਮਿਹਰ ਭਰਿਆ ਹੱਥ ਜਦ ਤੁਹਾਡੇ ਸਿਰ ਤੇ ਆਇਆ, ਤਾਂ 9 ਨਿਧਾਂ 18 ਸਿੱਧਾਂ 33 ਕਰੋੜ ਦੇਵੀ ਦੇਵਤੇ ਸਭ ਤੁਹਾਡੇ ਅੱਗੇ ਸਿਰ ਝੁਕਾ ਕੇ ਨਮਸਕਾਰਾਂ ਕਰ ਰਹੇ ਨੇ। ਐ ਗੁਰੂ ਰਾਮਦਾਸ, ਤੂੰ ਧੰਨ ਆ। ਤੈਨੂੰ ਇਸ ਧੰਨਤਾ ਦੇ ਯੋਗ ਬਣਾਉਣੇ ਵਾਲੇ ਗੁਰੂ ਅਮਰਦਾਸ, ਤੂੰ ਧੰਨ ਆ। ਗੁਰੂ ਅਮਰਦਾਸ ਜੀ ਨੂੰ ਬਖਸ਼ਿਸ਼ਾਂ ਕਰਨੇ ਵਾਲੇ ਐ ਗੁਰੂ ਅੰਗਦ, ਤੂੰ ਧੰਨ ਆ। ਧੰਨ ਨੇ ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਦੀ ਮਿਹਰ ਦਾ ਸਦਕਾ ਗੁਰੂ ਅਮਰਦਾਸ ਨੇ ਰਾਮਦਾਸ ਜੀ ਦੇ ਸਿਰ ਤੇ ਹੱਥ ਰੱਖ ਕੇ ਗੁਰੂ ਰਾਮਦਾਸ ਬਣਾ ਦਿੱਤਾ। ਗੁਰੂ ਰਾਮਦਾਸ ਬਣਾ ਦਿੱਤਾ। ਰਾਮਦਾਸ ਸਰੋਵਰ ਨਹਾਤੇ, ਸਭ ਉਤਰੇ ਪਾਪ ਕਮਾਤੇ। ਗੁਰੂ ਰਾਮਦਾਸ ਜੀ ਦੀ ਸ਼ਰਨ ਵਿੱਚ ਜਾਈਏ, ਉਹਨਾਂ ਦੇ ਉਸ ਪਵਿੱਤਰ ਸਰੋਵਰ ਦੇ ਜਲ ਵਿੱਚ ਦਰਸ਼ਨ ਕਰਕੇ ਇਸ਼ਨਾਨ ਕਰੀਏ, ਤਾਂ ਜਨਮਾਂ ਜਨਮੰਤਰਾਂ ਦੇ ਪਾਪ ਨਸ਼ਟ ਹੋ ਜਾਂਦੇ ਆ। ਸਮਰੱਥ ਗੁਰੂ ਸਿਰ ਹੱਥ ਧਰੋ। ਜਿਸ ਵੇਲੇ ਸਮਰੱਥ ਗੁਰੂ ਅਮਰਦਾਸ ਜੀ ਨੇ ਐ ਗੁਰੂ ਰਾਮਦਾਸ ਤੇਰੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਆ, ਤਾਂ ਬੜੀ ਕਿਰਪਾ ਕੀਤੀ, ਬੜੀਆਂ ਬਖਸ਼ਿਸ਼ਾਂ ਕੀਤੀਆਂ। ਉਸ ਬਖਸ਼ਿਸ਼ ਦੇ ਵਿੱਚੋਂ ਇੱਕ ਸਭ ਤੋਂ ਵੱਡੀ ਬਖਸ਼ਿਸ਼ ਹੈ, ਜਿਸ ਦਾ ਜ਼ਿਕਰ ਭੱਟ ਸਬਈਆਂ ਵਿੱਚ ਕਰ ਰਹੇ ਨੇ। ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਗੁਰੂ ਨੇ ਬੇਅੰਤ ਕਿਰਪਾ ਕੀਤੀ। ਕਿਸੇ ਮਿਣਤੀ ਵਿੱਚ ਨਹੀਂ ਆਉਂਦੀ ਕਿਰਪਾ ਹੋ ਕਿ ਕਿੰਨੀ ਕੁ ਕੀਤੀ ਆ। ਜਦੋਂ ਬੇਅੰਤ ਕਿਰਪਾ ਹੋ ਗਈ, ਉਸ ਕਿਰਪਾ ਦਾ ਸਦਕਾ, ਉਸ ਕਿਰਪਾ ਦੇ ਵਿੱਚ ਗੁਰੂ ਰਾਮਦਾਸ ਜੀ ਨੂੰ ਗੁਰੂ ਅਮਰਦਾਸ ਜੀ ਨੇ ਨਾਮ ਦੀ ਦਾਤ ਦਿੱਤੀ। ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਹਰੀ ਦਾ ਨਾਮ ਜਪਣ ਦਾ ਢੰਗ ਦੱਸ ਦਿੱਤਾ, ਸ਼ਬਦ ਦਾ ਆਰਾਧਨ ਦੱਸ ਦਿੱਤਾ। ਉਸ ਸ਼ਬਦ ਦੇ ਆਰਾਧਨ ਦੇ ਵਿੱਚ ਜੁਟ ਗਏ। ਗੁਰੂ ਰਾਮਦਾਸ ਜੀ ਉਸ ਸ਼ਬਦ ਦਾ ਆਰਾਧਨ ਕਰਦੇ ਆ। ਕਿਸ ਸ਼ਬਦ ਦਾ?
जिस देख चरण अघन हरो। गुरु अमरदास जी ने ਇਹੋ ਜਿਹੀ ਬਖਸ਼ਿਸ਼ ਕੀਤੀ ਨਾਮ ਦੀ। ਹੁਣ ਗੁਰੂ ਅਮਰਦਾਸ ਜੀ ਕੌਣ ਨੇ ਜਿਨ੍ਹਾਂ ਦੇ ਦਰਸ਼ਨ ਕਰਨੇ ਦੇ ਨਾਲ ਕਰੋੜਾਂ ਪਾਪ ਨਸ਼ਟ ਹੋ ਜਾਂਦੇ ਆ। ਉਹ ਗੁਰੂ ਅਮਰਦਾਸ ਜੀ। ਉਸ ਗੁਰੂ ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਨਾਮ ਦੀ ਦਾਤ ਦੇ ਦਿੱਤੀ। ਗੁਰਮੁਖੋ ਨਾਮ ਦੀ ਦਾਤ ਕਿਤੇ ਐਵੇਂ ਨਹੀਂ ਮਿਲਦੀ, ਬੜੀ ਔਖੀ ਮਿਲਦੀ ਆ। ਪੂਰਨ ਗੁਰੂ ਕਿਰਪਾ ਕਰ ਦੇਵੇ ਤਾਂ ਜਾ ਕੇ ਨਾਮ ਦੀ ਦਾਤ ਦੀ ਪ੍ਰਾਪਤੀ ਹੁੰਦੀ ਆ। ਗੁਰ ਕੀਨੀ ਕਿਰਪਾ ਹਰ ਨਾਮ ਦੀਓ, ਜਿਸ ਦੇਖ ਚਰਨ ਅਘਨ ਹਰੋ। ਜਿਨ੍ਹਾਂ ਦੇ ਚਰਨਾਂ ਨੂੰ ਦੇਖਣ ਦੇ ਨਾਲ, ਚਰਨਾਂ ਦੇ ਦਰਸ਼ਨ ਕਰਨੇ ਦੇ ਨਾਲ ਕਰੋੜਾਂ ਹੀ ਪਾਪ ਨਸ਼ਟ ਹੋ ਜਾਂਦੇ ਆ, ਸਵਾਹ ਹੋ ਜਾਂਦੇ ਆ ਇੱਕ ਖਿਣ ਦੇ ਵਿੱਚ। ਇਹੋ ਜਿਹੇ ਗੁਰੂ ਨੇ ਜਦ ਸਿਰ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ ਤਾਂ ਸਮਸਤ ਦੇਵੀ ਦੇਵਤੇ ਗੁਰੂ ਰਾਮਦਾਸ ਜੀ ਦੀ ਹਜ਼ੂਰੀ 'ਚ ਹਾਜ਼ਰ ਹੋ ਕੇ ਨਮਸਕਾਰਾਂ ਕਰਦੇ ਆ ਕਿ ਬੇਅੰਤ ਬਖਸ਼ਿਸ਼ ਹੋ ਗਈ ਤੁਹਾਡੇ ਤੇ ਗੁਰੂ ਦੀ। ਗੁਰੂ ਨੇ ਆਪਣਾ ਹੀ ਰੂਪ ਬਣਾ ਲਿਆ, ਤੁਹਾਨੂੰ ਸਰਬ ਸ਼ਕਤੀਆਂ ਬਖਸ਼ ਦਿੱਤੀਆਂ, ਸਮਰੱਥ ਬਣਾ ਦਿੱਤਾ। ਉਸ ਨਾਮ ਦੀ ਦਾਤ ਨੂੰ ਪਾ ਕੇ ਫਿਰ ਕਮਾਈ ਕੀਤੀ, ਕਮਾਈ ਦੇ ਵਿੱਚ ਜੁਟ ਗਏ। ਨਿਸਬਾਸਰ ਏਕ ਸਮਾਨ, ਧਿਆਨ ਸੁਨਾਮ ਸੁਨੈ ਸੁਤ ਭਾਨ ਡਰਹੁ। ਨਿਸ ਕਿਹਾ ਜਾਂਦਾ ਸੰਸਕ੍ਰਿਤ ਦੇ ਵਿੱਚ ਰਾਤ ਨੂੰ, ਤੇ ਬਾਸਰ ਕਿਹਾ ਜਾਂਦਾ ਦਿਨ ਨੂੰ। ਉਸ ਨਾਮ ਨੂੰ ਜਪਣ ਵਾਸਤੇ ਦਿਨ ਰਾਤ ਇੱਕ ਕਰ ਦਿੱਤਾ। ਨਾ ਦੇਖਿਆ ਦਿਨ ਆ, ਨਾ ਦੇਖੀ ਰਾਤ ਆ ਮੈਂ ਸੌਂ ਜਾਵਾਂ, ਨਹੀਂ। ਸਿਮਰਨ ਕਰੀ ਜਾਂਦੇ ਅੱਠੇ ਪਹਿਰ, ਕੋਈ ਸੁਬਾਸ ਖਾਲੀ ਨਹੀਂ ਜਾਂਦਾ ਸਿਮਰਨ ਤੋਂ। ਜਿਸ ਵੇਲੇ ਸਿਮਰਨ ਕਰਦਿਆਂ ਕਰਦਿਆਂ ਹਰੀ ਨੇ ਆਪਣਾ ਹੀ ਰੂਪ ਬਣਾ ਲਿਆ, ਹਰੀ ਦੇ ਵਿੱਚ ਅਭੇਦ ਹੋ ਗਏ, ਲੀਨ ਹੋ ਗਏ। ਗੁਰੂ ਅਮਰਦਾਸ ਤੇ ਗੁਰੂ ਰਾਮਦਾਸ ਵਿੱਚ ਜਿਹੜਾ ਫਰਕ ਸੀ ਉਹ ਖਤਮ ਹੋ ਗਿਆ। ਦਿਨ ਤੇ ਰਾਤ ਇੱਕ ਕਰ ਦਿੱਤਾ। ਫਿਰ ਕੀ ਹੋਇਆ? ਧਿਆਨ ਸੁਨਾਮ ਸੁਨੈ ਸੁਤ ਭਾਨ ਡਰੋ। ਵਾਹ ਵਾਹ! ਜਿਹੜਾ ਜੀਵ ਪਰਮਾਤਮਾ ਦੇ ਨਾਮ ਨੂੰ ਅੱਠੇ ਪਹਿਰ ਜਪਦਾ, ਮਨ ਲਾ ਕੇ ਸੁਣਦਾ, ਜਿਹੜਾ ਜਪ ਨਹੀਂ ਸਕਦਾ ਗੁਰਮੁਖੋ ਸੁਣ ਤਾਂ ਸਕਦਾ ਹੀ ਹੈ ਨਾ। ਮਨ ਲਾ ਕੇ ਸੁਣਦਾ ਆ, ਉਸ ਦੇ ਕੋਲੋਂ ਧਿਆਨ ਸੁਨਾਮ ਸੁਨੇ ਸੁਤ ਭਾਨ ਡਰਹੁ। ਸੁਤ ਕਿਹਾ ਜਾਂਦਾ ਪੁੱਤਰ ਨੂੰ, ਤੇ ਭਾਨ ਕਿਹਾ ਜਾਂਦਾ ਸੂਰਜ ਨੂੰ। ਸੰਸਕ੍ਰਿਤ ਦੇ ਸ਼ਬਦ ਹੈ। ਸੂਰਜ ਦਾ ਪੁੱਤਰ ਜੋ ਯਮ ਹੈ, ਯਮ ਗੁਰਮੁਖੋ ਉਹ ਡਰਨ ਲੱਗ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਗਰ ਡਰਦਾ ਕਦੋਂ ਆ? ਜਦੋਂ ਗੁਰੂ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਹਾਂ, ਅਸੀਂ ਬਾਣੀ ਪੜ੍ਹਦੇ ਹਾਂ, ਸਿਮਰਨ ਕਰਦੇ ਹਾਂ, ਨਾਮ ਜਪਦੇ ਹਾਂ, ਦਿਨ ਰਾਤ ਉਸ ਸਿਮਰਨ ਵਿੱਚ ਬਤੀਤ ਕਰਦੇ ਹਾਂ, ਤਾਂ ਫਿਰ ਯਮਰਾਜ ਡਰਨ ਲੱਗ ਜਾਂਦਾ, ਭੈ ਖਾਂਦਾ, ਕਿਤੇ ਮੇਰੇ ਕੋਲੋਂ ਇਹਨਾਂ ਦਾ ਅਨਾਦਰ ਨਾ ਹੋ ਜਾਵੇ। ਇਹੋ ਜਿਹੇ ਗੁਰਮੁਖ ਪਿਆਰੇ ਜਦੋਂ ਇਸ ਸੰਸਾਰ ਤੋਂ ਗੁਰੂ ਦੇ ਹੁਕਮ ਨਾਲ ਆਪਣੀ ਸਵਾਸਾਂ ਰੂਪੀ ਪੂੰਜੀ ਨੂੰ ਖਰਚ ਕਰਕੇ ਜਾਂਦੇ ਆ, ਤਾਂ ਉਹਨਾਂ ਦੇ ਵਾਸਤੇ ਸਵਰਗ ਦੇ ਰਸਤੇ ਹਮੇਸ਼ਾ ਖੁੱਲ੍ਹੇ ਰਹਿੰਦੇ ਆ। ਬੜਾ ਆਦਰ ਹੁੰਦਾ, ਬੜਾ ਸਨਮਾਨ ਹੁੰਦਾ ਸਿਮਰਨ ਵਾਲੀਆਂ, ਬੰਦਗੀ ਵਾਲੀਆਂ ਰੂਹਾਂ ਦਾ। ਧਰਮ ਰਾਜਾ ਆਪਣੇ ਦਰਵਾਜ਼ੇ ਦੇ ਅੱਗੇ ਹੱਥ ਜੋੜ ਕੇ ਖੜਾ ਹੋ ਜਾਂਦਾ। ਹੇ ਗੁਰੂ ਦੇ ਪਿਆਰਿਓ,
ਤੁਹਾਡਾ ਸਵਰਗ ਵਿੱਚ ਸਵਾਗਤ ਹੈ। ਧੰਨ ਭਾਗ ਹੋਏ ਜੋ ਤੁਸੀਂ ਇਸ ਪੁਰੀ ਵਿੱਚ ਚਰਨ ਪਾ ਕੇ ਇਸ ਸਵਰਗ ਨੂੰ ਪਵਿੱਤਰ ਕੀਤਾ। ਤੁਸੀਂ ਧੰਨ ਆ, ਤੁਸੀਂ ਧੰਨ ਆ। ਕਿ ਧਰਮਰਾਜ ਔਰ ਜਮਰਾਜ ਦੋਨੋਂ ਹੀ ਇੱਕੋ ਹੀ ਦੇਵਤੇ ਦੇ ਨਾਮ ਨੇ। ਜਿਹੜੇ ਜੀਵ ਬੁਰੇ ਕਰਮ ਕਰਦੇ ਨੇ ਉਹਨਾਂ ਨੂੰ ਸੰਸਾਰ 'ਤੇ ਜਿਸ ਵੇਲੇ ਲੈਣ ਵਾਸਤੇ ਪਰਮਾਤਮਾ ਦੇ ਹੁਕਮ ਨਾਲ ਧਰਮਰਾਜਾ ਆਉਂਦਾ ਤਾਂ ਉਹ ਜਮਰਾਜ ਬਣ ਕੇ ਆਉਂਦਾ। ਜਿਨ੍ਹਾਂ ਜੀਵਾਂ ਨੇ ਧਰਤੀ 'ਤੇ ਆ ਕੇ ਬੁਰੇ ਕਰਮ ਕੀਤੇ ਆ, ਦੂਸਰੇ ਦੀ ਕਮਾਈ ਨੂੰ ਖਾਧਾ, ਲੜਕੀਆਂ ਦੇ ਧਨ ਨੂੰ ਖਾਧਾ, ਬੇਈਮਾਨੀ ਦੀ ਕਮਾਈ ਕੀਤੀ, ਕਿਸੇ ਦਾ ਹੱਕ ਪੂਰਾ ਨਹੀਂ ਦਿੱਤਾ, ਉਹਨਾਂ ਲਈ ਭਿਆਨਕ ਰੂਪ ਧਾਰ ਕੇ ਜਮਰਾਜਾ ਆਉਂਦਾ ਔਰ ਉਸ ਦੇ ਪ੍ਰਾਣਾਂ ਨੂੰ ਸਰੀਰ ਵਿੱਚੋਂ ਅਲੱਗ ਕਰਕੇ ਆਪਣੀ ਜਮਪੁਰੀ ਲੈ ਜਾਂਦਾ, ਜਿੱਥੇ ਜਾ ਕੇ ਉਹ ਉਸ ਦੇ ਕੀਤੇ ਹੋਏ ਕਰਮਾਂ ਦਾ ਹਿਸਾਬ ਕਰਦਾ। ਇਸੇ ਤਰ੍ਹਾਂ ਜਿਸ ਵੇਲੇ ਨਾਮ ਜਪਣ ਵਾਲੀਆਂ ਰੂਹਾਂ ਇਸ ਸੰਸਾਰ ਤੋਂ ਜਾਂਦੀਆਂ ਨੇ ਤਾਂ ਉਹਨਾਂ ਨੂੰ ਧਰਮ ਰਾਜਾ, ਧਰਮ ਦਾ ਰਾਜਾ ਦੇਵਤਿਆਂ ਦੇ ਰੂਪ ਵਿੱਚ ਲੈਣ ਵਾਸਤੇ ਆਉਂਦਾ। ਉਹਨਾਂ ਦਾ ਜਿਹੜਾ ਤਪ ਤੇਜ ਆ ਉਹ ਉਹਦੇ ਕੋਲੋਂ ਸਹਾਰਿਆ ਨਹੀਂ ਜਾਂਦਾ ਕਿ ਧਰਮ ਰਾਜੇ ਦੀ ਜਿਹੜੀ ਸਾਰੀ ਦੇਹ ਆ, ਸਰੀਰ ਹੈ, ਸ਼ਾਸਤਰਾਂ ਵਿੱਚ ਲਿਖਿਆ ਕਿ ਉਹ ਸੋਨੇ ਦਾ ਆ। ਮਗਰ ਜਦੋਂ ਸਾਧੂ ਸੰਤ ਮਹਾਂਪੁਰਸ਼ ਗੁਰੂ ਦੇ ਸਿੱਖ ਪੂਰਨ ਨਿਤਨੇਮੀ ਇਸ ਸੰਸਾਰ ਤੋਂ ਆਪਣੀ ਯਾਤਰਾ ਪੂਰੀ ਕਰਕੇ ਜਾਂਦੇ ਆ ਤਾਂ ਉਹਨਾਂ ਦਾ ਤਪ ਤੇਜ ਧਰਮ ਰਾਜੇ ਤੋਂ ਸਹਾਰਿਆ ਨਹੀਂ ਜਾਂਦਾ, ਜਿਸ ਕਰਕੇ ਉਸ ਦਾ ਅੱਧਾ ਸਰੀਰ ਕਾਲਾ ਪੈ ਗਿਆ ਹੈ ਸੋਨੇ ਦਾ ਹੀ ਹੈ ਲੇਕਿਨ ਕਾਲਾ ਪੈ ਗਿਆ। ਗੁਰਸਿੱਖਾਂ ਦੇ ਨਾਮ ਜਪੇ ਹੋਏ ਦੀ ਤਾਕਤ ਨੂੰ ਸਹਿਣੇ ਦੀ ਤਾਕਤ ਧਰਮ ਰਾਜੇ ਕੋਲ ਵੀ ਨਹੀਂ ਹੈ। ਉਹਨਾਂ ਦੇ ਤਪ ਤੇਜ ਦੇ ਨਾਲ ਉਸ ਦਾ ਅੱਧਾ ਸਰੀਰ ਕਾਲਾ ਹੋ ਗਿਆ। ਧੰਨ ਨੇ ਉਹ ਗੁਰੂ ਦੇ ਸਿੱਖ ਜਿਹੜੇ ਨਾਮ ਜਪਦੇ ਨੇ, ਜਿਨ੍ਹਾਂ ਦੇ ਆਦਰ ਸਤਿਕਾਰ ਲਈ ਧਰਮ ਰਾਜਾ ਆਪ ਖੜਾ ਹੋ ਜਾਂਦਾ, ਹੱਥ ਜੋੜ ਕੇ ਉਹਨਾਂ ਦਾ ਆਦਰ ਕਰਦਾ। ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦੀਓ, ਜਿਸ ਦੇਖ ਚਰਨ ਅਘਨ ਹਰੋ। ਗੁਰ ਕੀਨੀ ਕਿਰਪਾ ਹਰ ਨਾਮ ਦੀਓ, ਜਿਸ ਦੇਖ ਚਰਨ ਅਘਨ ਹਰੋ। ਨਿਸਵਾਸਰ ਏਕ ਸਮਾਨ, ਧਿਆਨ ਸੋ ਨਾਮ, ਸੁਨੈ ਸੁਤ ਪਾਨ ਡਰਹੁ। ਭਨਦਾਸ ਸੋ ਆਸ ਜਗਤਰ ਗੁਰੂ ਕੀ, ਭਨਦਾਸ ਸੋ ਆਸ ਜਗਤਰ ਗੁਰੂ ਕੀ, ਨਲ ਰਾਮ ਦਾ ਭੱਟ ਕਹਿ ਰਿਹਾ ਆ। ਭਨਦਾਸ ਸੋ ਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰੋ। ਕਿ ਨਲ ਨਾਮ ਦਾ ਭੱਟ ਆਖ ਰਿਹਾ, ਬੇਨਤੀ ਕਰ ਰਿਹਾ, ਹੇ ਜਗਤ ਦੇ ਸੁਆਮੀ ਤਾਰਨਹਾਰ ਗੁਰੂ ਰਾਮਦਾਸ, ਤੂੰ ਧੰਨ ਆ, ਤੇਰੇ ਗੁਣਾਂ ਨੂੰ ਮੈਂ ਕਹਿ ਨਹੀਂ ਸਕਦਾ। ਮੇਰੇ ਸਰੀਰ ਦੇ ਹਰ ਇੱਕ ਰੋਮ ਨੂੰ ਜੇ ਜੀਭ ਵੀ ਲੱਗ ਗਈ ਤਾਂ ਵੀ ਮੈਂ ਕਰੋੜਾਂ ਜੀਭਾਂ ਨੂੰ ਪਾ ਕੇ ਤੇਰੀ ਸਿਫਤ ਨੂੰ ਕਹਿ ਨਹੀਂ ਸਕਦਾ। ਤੂੰ ਅਕਹਿ ਹੈ, ਅਗੰਮ ਹੈ, ਅਤੋਲ ਹੈ, ਅਥਾਹ ਹੈ, ਅਪਾਰ ਹੈ, ਅਮਿਟ ਹੈ। ਭਨਦਾਸ ਸੋ ਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰੋ। ਪਾਰਸ ਰੂਪ ਗੁਰੂ ਅਮਰਦਾਸ ਜੀ ਦੇ ਕਿਰਪਾ ਦੇ ਨਾਲ, ਗੁਰੂ ਅਮਰਦਾਸ ਜੀ ਦੀ ਕਿਰਪਾ ਦੇ ਨਾਲ, ਹੇ ਗੁਰੂ ਰਾਮਦਾਸ, ਤੁਹਾਨੂੰ ਜਿਸ ਵੇਲੇ ਉਹ ਚਰਨ ਛੋਹ ਪ੍ਰਾਪਤ ਹੋਈ,
ਉਹਨਾਂ ਚਰਨਾਂ ਨੂੰ ਛੋਹ ਕੇ, ਉਹਨਾਂ ਚਰਨਾਂ ਨੂੰ ਆਪਣੇ ਹੱਥ ਲਾ ਕੇ ਚਰਨ ਰਜ ਜਦ ਤੁਸੀਂ ਆਪਣੇ ਮੱਥੇ ਨੂੰ ਲਾਈ ਤਾਂ ਗੁਰੂ ਅਮਰਦਾਸ ਜੀ ਦੀ ਕਿਰਪਾ ਨਾਲ ਤੁਹਾਡੇ ਵਿੱਚ, ਤਾਂ ਗੁਰੂ ਅਮਰਦਾਸ ਜੀ ਵਿੱਚ ਫਰਕ ਨਹੀਂ ਰਿਹਾ ਕੋਈ। ਹਰੀ ਨੇ ਆਪਣਾ ਹੀ ਰੂਪ ਦੇ ਦਿੱਤਾ। ਪਨਦਾਸ ਸੁਆਸ ਜਗਤਿਰ ਗੁਰੂ ਕੀ ਪਾਰਸ ਭੇਟ ਪਰਸ ਕਰੋ, ਰਾਮਦਾਸ ਗੁਰੂ ਹਰ ਸਤ ਕੀਓ। ਰਾਮਦਾਸ ਗੁਰੂ ਹਰ ਸਤ ਕੀਓ। ਹਰੀ ਨੇ ਰਾਮਦਾਸ ਜੀ ਨੂੰ ਅਟੱਲ ਰੱਖਿਆ। ਗੁਰੂ ਰਾਮਦਾਸ ਜੀ ਦੇ ਖਾਨਦਾਨ ਦੇ ਵਿੱਚ ਦਾਸਾ ਭਾਵ ਹਮੇਸ਼ਾ ਨਾਲ ਰਿਹਾ। ਗੁਰੂ ਸਾਹਿਬ ਦਾ ਨਾਮ ਗੁਰੂ ਰਾਮਦਾਸ, ਪਿਤਾ ਜੀ ਦਾ ਨਾਮ ਹਰੀਦਾਸ, ਦਾਦਾ ਜੀ ਦਾ ਨਾਮ ਠਾਕੁਰ ਦਾਸ। ਠਾਕੁਰ ਦਾ ਦਾਸ, ਹਰੀ ਦਾ ਦਾਸ, ਰਾਮ ਦਾ ਦਾਸ, ਗੁਰੂ ਰਾਮਦਾਸ ਤੇਰੀ ਜੈ ਹੋਵੇ। ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰੋ। ਹਰੀ ਨੇ ਰਾਮਦਾਸ ਜੀ ਦਾ ਰੂਪ ਧਾਰ ਲਿਆ। ਕਿਉਂ? ਕਿਉਂਕਿ ਉਹਨਾਂ ਦੇ ਸਿਰ 'ਤੇ ਸਮਰੱਥ ਗੁਰੂ ਅਮਰਦਾਸ ਜੀ ਨੇ ਹੱਥ ਰੱਖ ਦਿੱਤਾ। ਬੜੀਆਂ ਪਰਖਾਂ ਕੀਤੀਆਂ ਗੁਰੂ ਅਮਰਦਾਸ ਜੀ ਨੇ, ਬੜੀਆਂ ਪਰਖਾਂ ਕੀਤੀਆਂ। ਐਵੇਂ ਨਹੀਂ ਗੁਰਤਾ ਗੱਦੀ ਦਿੱਤੀ। ਜਗਤ ਦਾ ਮਾਲਕ, ਕਰੋੜਾਂ ਸ੍ਰਿਸ਼ਟੀਆਂ ਦਾ ਮਾਲਕ ਬਣਾਇਆ ਕਦੋਂ? ਜਦ ਸਾਰੇ ਇਮਤਿਹਾਨਾਂ ਦੇ ਵਿੱਚੋਂ ਪਾਸ ਹੋ ਗਏ। ਸਭ ਵਿਦ ਮਾਨਿਓ ਮਨ, ਤਬ ਹੀ ਭਇਓ ਪ੍ਰਸੰਨ, ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ। ਜਦ ਸਾਰੀ ਤਰ੍ਹਾਂ ਉਹਨਾਂ ਦੇ ਇਮਤਿਹਾਨਾਂ ਵਿੱਚੋਂ ਪਾਸ ਹੋ ਗਏ, ਸਾਰੀ ਤਰ੍ਹਾਂ ਪਰਖਾਂ ਕੀਤੀਆਂ ਤਾਂ ਪਾਸ ਹੋ ਗਏ, ਤਾਂ ਫਿਰ ਕੀ ਕੀਤਾ? ਗੁਰੂ ਅਮਰਦਾਸ ਜੀ ਨੇ ਆਪਣਾ ਹੀ ਰੂਪ ਦੇ ਦਿੱਤਾ, ਆਪਣੀਆਂ ਸ਼ਕਤੀਆਂ ਦੇ ਦਿੱਤੀਆਂ। ਸਭ ਦੇਵੀ ਦੇਵਤੇ ਜਿਵੇਂ ਗੁਰੂ ਅਮਰਦਾਸ ਜੀ ਦੇ ਦਰ 'ਤੇ ਹੱਥ ਜੋੜ ਕੇ ਖੜੇ ਰਹਿੰਦੇ ਸੀ, ਤਿਵੇਂ ਗੁਰੂ ਰਾਮਦਾਸ ਜੀ ਦੇ ਅੱਗੇ ਹੱਥ ਜੋੜ ਕੇ ਖੜੇ। ਧੰਨ ਆ ਗੁਰੂ ਰਾਮਦਾਸ, ਧੰਨ ਆ ਗੁਰੂ ਅਰਜਨ, ਧੰਨ ਆ ਤੁਹਾਡੀ ਕਮਾਈ। ਸੋ ਭੱਟ ਸਾਹਿਬਾਨ ਜਿਸ ਵੇਲੇ ਜਿਸ ਗੁਰੂ ਦੀ ਸਿਫਤ ਕਰ ਰਹੇ ਆ, ਸਾਲਾਹ ਕਰ ਰਹੇ ਆ, ਗੁਰੂ ਅਰਜਨ ਦੇਵ ਉਸੇ ਰੂਪ ਵਿੱਚ ਉਹਨਾਂ ਨੂੰ ਦਰਸ਼ਨ ਦੇ ਰਹੇ ਆ। ਇਹੋ ਜਿਹੀ ਮਹਾਨ ਕਿਰਪਾ ਭੱਟਾਂ 'ਤੇ ਗੁਰੂ ਸਾਹਿਬਾਨ ਦੀ ਹੋਈ ਕਿ ਭੱਟਾਂ ਦੀ ਦ੍ਰਿਸ਼ਟੀ ਜਦੋਂ ਸਵਈਏ ਪੜ੍ਹੇ ਤਾਂ ਪਤਾ ਲੱਗਦਾ 4,38,000 ਸਾਲ ਅੱਗੇ ਤੱਕ ਦੇਖਣ ਦੀ ਸਮਰੱਥਾ ਦੇ ਪ੍ਰਮਾਣ ਗੁਰਬਾਣੀ ਵਿੱਚੋਂ ਮਿਲਦੇ ਆ। ਤੇ 35 ਲੱਖ ਸਾਲ ਦੇ ਲਗਭਗ ਪਿਛਲੇ ਜਿਹੜਾ ਸਮਾਂ ਬੀਤ ਗਿਆ, ਸਤਯੁਗ ਤੋਂ ਲੈ ਕੇ ਅੱਜ ਤੱਕ ਦੇਖਣ ਦੀ ਸਮਰੱਥਾ ਗੁਰੂ ਅਰਜਨ ਨੇ ਬਖਸ਼ ਦਿੱਤੀ ਉਹਨਾਂ ਨੂੰ। ਇਹਨਾਂ ਦੇ ਪ੍ਰਮਾਣ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਮਿਲਦੇ ਆ। ਧੰਨ ਨੇ ਗੁਰੂ ਅਰਜਨ, ਧੰਨ ਹਨ ਗੁਰੂ ਨਾਨਕ ਪਾਤਸ਼ਾਹ, ਜਿਨ੍ਹਾਂ ਨੇ ਸੰਸਾਰੀ ਜੀਵਾਂ ਨੂੰ, ਮੇਰੇ ਵਰਗੇ ਨਿਕੰਮਿਆਂ ਨੂੰ ਤਾਰਨ ਵਾਸਤੇ ਨਾਮ ਦਾ ਜਹਾਜ਼ ਬਣਾਇਆ। ਸੋ ਗੁਰੂ ਪਿਆਰਿਓ, ਨਾਮ ਨਾ ਜੁੜੋ, ਵੰਡ ਕੇ ਛਕੋ, ਦੇਗ ਚਲਾਓ, ਤੇਗ ਬਾਹੋ, ਅਧਰਮ ਨੂੰ ਧਰਮ 'ਤੇ ਵਿਜੇ ਨਾ ਪਾਉਣ ਦਿਓ। ਇੰਨੇ ਸ਼ਬਦ ਕਹਿੰਦਾ ਹੋਇਆ ਖਿਮਾ ਦਾ ਜਾਚਕ ਹੈ। ਗੁਰੂ ਪਿਆਰਿਓ, ਜੇ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਤਾਂ ਆਪਣੇ ਮਿੱਤਰਾਂ ਦੋਸਤਾਂ ਵਿੱਚ ਜ਼ਰੂਰ ਸ਼ੇਅਰ ਕਰਨੀ, ਅਤੇ ਚੈਨਲ ਵਿੱਚ ਨਵੇਂ ਹੋ ਤਾਂ ਚੈਨਲ ਸਬਸਕ੍ਰਾਈਬ ਕਰਨੇ ਦੀ ਕਿਰਪਾ ਕਰਨੀ। ਸੋ ਇੰਨੇ ਸ਼ਬਦ ਕਹਿੰਦਾ ਹੋਇਆ ਮੈਂ ਫਤਿਹ ਬੁਲਾਉਂਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।